ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਚਤਰਥ ਵਿਸਰਾਮ ਲਿਖਿਆ ਤੇ ਅਥ ਗਿਆਨ ਸਾਧਨ ਵਰਣਨ ਸਿੱਖਿਓ ਵਾਚ ਦੋਹਰਾ। ਭਗਵਾਨ ਮੈਂ ਜਾਣਿਓ ਭਲੇ ਸਬਤ ਭੂਮਿਕਾ ਗਿਆਨ ਨਿਰਮਲ ਗਿਆਨ ਅਦੋਤ ਕੋ ਸਾਧਨ ਕੌਣ ਪਰਮਾਨ। ਅਥ ਚਤਰਥ ਵਿਸਰਾਮ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ 3 ਅਧਿਆਏ ਜਿਹੜੇ ਆ ਉਹ ਪੜ੍ਹ ਚੁੱਕੇ ਹਾਂ। ਵਿਸਰਾਮ 3 ਵਿਸਰਾਮ ਵਿਚਾਰਮਾਲਾ ਦੇ ਅਤੇ ਚੌਥਾ ਜਿਹੜਾ ਵਿਸਰਾਮ ਆ ਉਹ ਆਪਾਂ ਪ੍ਰਾਰੰਭ ਕਰ ਰਹੇ ਹਾਂ। ਆਓ ਆਪਾਂ ਉਸ ਨੂੰ ਪੜ੍ਹੀਏ। ਅਥ ਚਤਰਥ ਵਿਸਰਾਮ ਲਿਖਿਆ ਤੇ ਅਥ ਕਹੀਏ ਹੁਣ ਚਤਰਥ ਚੌਥਾ ਜਿਹੜਾ ਵਿਸਰਾਮ ਅਧਿਆਇ ਆ ਉਹ ਲਿਖਿਆ ਤੇ ਕਹੀਏ ਲਿਖਦੇ ਹਾਂ, ਆਰੰਭ ਕਰਦੇ ਹਾਂ। ਅਥ ਗਿਆਨ ਸਾਧਨ ਵਰਣਨ। ਜਿਸ ਚੌਥੇ ਅਧਿਆਏ ਵਿੱਚ ਪੰਡਤ ਅਨਾਥ ਪੁਰੀ ਜੀ ਕਹਿੰਦੇ ਆ ਹੁਣ ਅਥ ਕਹੀਏ ਹੁਣ ਗਿਆਨ ਦੇ ਜਿਹੜੇ ਸਾਧਨ ਆ ਉਹ ਵਰਣਨ ਕਰਦੇ ਹਾਂ ਚੌਥੇ ਅਧਿਆਏ ਦੇ ਵਿੱਚ। ਸਿੱਖਿਓ ਵਾਚ ਸਿੱਖ ਗੁਰੂ ਦੇ ਚਰਨਾਂ ਵਿੱਚ ਬੇਨਤੀ ਪੂਰਵਕ ਹੋ ਕੇ ਪ੍ਰਸ਼ਨ ਕਰਦਾ ਹੈ। ਦੋਹਰਾ। ਭਗਵਾਨ ਮੈਂ ਜਾਣਿਓ ਭਲੇ। ਹੇ ਭਗਵਾਨ, ਹੇ ਗੁਰੂ ਜੀ। ਭਗਵਾਨ ਕਈ ਵਾਰ ਪਿੱਛੇ ਆ ਚੁੱਕਿਆ। ਭਗਵਾਨ ਦਾ ਅਰਥ ਹੁੰਦਾ ਭਗਵਾਨ, ਤੇ ਇੱਥੇ ਹੁਣ ਗੁਰੂ ਨੂੰ ਪ੍ਰਸ਼ਨ ਕਰ ਰਹੇ, ਇਸ ਕਰਕੇ ਗੁਰੂ ਅਰਥ ਹੈ। ਹੇ ਗੁਰੂ ਜੀ, ਜੋ ਤੁਸੀਂ ਗਿਆਨ ਦੀਆਂ 7 ਸ਼ਬਦ ਭੂਮਿਕਾ ਗਿਆਨ 7 ਭੂਮਿਕਾ ਪੌੜੀਆਂ ਮੰਜ਼ਲਾਂ ਜਿਹੜੀਆਂ ਸੋ ਇੱਛਾ ਸੋ ਵਿਚਾਰਨਾ ਤਨੁ ਮਾਨਸਾ ਸਤਵਾ ਪਤ ਆਸਨ ਸਖਤ ਪਦਾਰਥਾ ਭਾਵਨੀ ਅਤੇ ਤੁਰਿਆ ਜਿਹੜੀਆਂ ਪਿੱਛੇ ਪੜ੍ਹ ਆਏ ਆ ਤਾਂ ਥੋੜਾ ਛੇਤੀ ਬੋਲਣ ਡੇ ਆ। ਇਹ 7 ਭੂਮਿਕਾ ਜਿਹੜੀਆਂ ਇਹ ਗੁਰੂ ਜੀ ਜੋ ਕਥਨ ਕੀਤੀਆਂ ਆਪ ਜੀ ਨੇ ਉਹਨਾਂ ਨੂੰ ਮੈਂ ਜਾਣਿਓ ਭਲੇ। ਮੈਂ ਭਲੇ ਕਹੀਏ ਚੰਗੀ ਤਰ੍ਹਾਂ ਜਾਣ ਲਿਆ ਹੈ। ਨਿਰਮਲ ਗਿਆਨ ਅਦੋਤ ਕੋ। ਤੇ ਹੁਣ ਅਵਿਦਿਆ ਆਦ ਪਾਪਾਂ ਦੀ ਜਿਹੜੀ ਮਾਲਿਆ ਤੇ ਉਸ ਮਾਇਆ ਤੋਂ ਰਹਿਤ ਜਿਹੜਾ ਨਿਰਮਲ ਗਿਆਨ ਮੈਲ ਤੋਂ ਰਹਿਤ ਪਾਪਾਂ ਦੀ ਅਵਿਦਿਆ ਦੀ ਮਾਇਆ ਦੀ ਜਿਹੜੀ ਮਲ ਤੋਂ ਰਹਿਤ ਆ ਉਹ ਕੀ ਹੈ ਸ਼ੁੱਧ ਗਿਆਨ। ਜਿਹੜਾ ਐਸਾ ਸ਼ੁੱਧ ਗਿਆਨ ਦੇ ਅਦੋਤ ਕੋ। ਅਦੋਤ ਨਾ ਪ੍ਰਗਟ ਦਾ ਕੋ ਨਾਮ ਦਾ। ਸ਼ੁੱਧ ਗਿਆਨ ਦੇ ਅਦੋਤ ਪ੍ਰਗਟ ਹੋਣ ਦਾ ਇਹ ਗੁਰੂ ਜੀ ਸਾਧਨ ਦੱਸਣਾ ਕਰੋ। ਨਿਰਮਲ ਗਿਆਨ ਪ੍ਰਗਟ ਹੋਵੇ ਉਹ ਸਾਧਨ ਦੱਸਣਾ ਕਰੋ। ਭਾਵ ਜਿਨ੍ਹਾਂ ਸਾਧਨਾ ਕਰਕੇ ਗਿਆਨ ਵਿੱਚ ਅਧਿਕਾਰ ਹੋਵੇ। ਜਿਨ੍ਹਾਂ ਸਾਧਨਾ ਨੂੰ ਕੀਤੇ ਆ ਗਿਆਨ ਵਿੱਚ ਪ੍ਰਵੇਸ਼ ਹੋਵਾਂ, ਮੈਨੂੰ ਗਿਆਨ ਹੋਵੇ ਤੇ ਉਹ ਹੈ ਗੁਰੂ ਜੀ ਸਾਧਨ ਕਥਨ ਕਰੋ। ਠੀਕ ਹੈ। ਤੇ ਫਿਰ ਕੌਣ ਪ੍ਰਮਾਣ ਜੋ ਪ੍ਰਤੱਖ ਖਟ ਪ੍ਰਮਾਣ ਆ ਇਹਨਾਂ ਵਿੱਚ ਕੌਣ ਪ੍ਰਮਾਣ ਕੌਣ ਕਹੀਏ ਕਿਹੜਾ ਪ੍ਰਮਾਣ ਕਹੀਏ ਪ੍ਰਮਾਣ ਕਿਹੜਾ ਪ੍ਰਮਾਣ ਆ ਜਿਸ ਦੁਆਰਾ ਤਤ ਗਿਆਨ ਸਿਧਾਂਤ ਰੂਪੀ ਜੋ ਗਿਆਨ ਹੈ ਭਾਵ ਬ੍ਰਹਮ ਦੀ ਪ੍ਰਾਪਤੀ ਦਾ ਗਿਆਨ ਕਥਨ ਕੀਤਾ। ਕਿ ਕੌਣ ਪ੍ਰਮਾਣ ਕਿਹੜੇ ਪ੍ਰਮਾਣ ਦੁਆਰਾ ਤਤ ਗਿਆਨ ਨੂੰ ਕਥਨ ਕੀਤਾ ਉਹ ਗੁਰੂ ਜੀ ਦੱਸੋ। ਸਿੱਧਾ ਜਿਹਾ ਅਰਥ ਤੇ ਇੰਨਾ ਹੀ ਸਾਧਨ ਕੌਣ ਪ੍ਰਮਾਣ। ਮਹਾਰਾਜ ਜਿਹੜਾ ਨਿਰਮਲ ਗਿਆਨ ਆ ਉਸ ਗਿਆਨ ਨੂੰ ਉਦੋਦ ਕੋ ਭਾਵ ਪ੍ਰਗਟ ਕਰਨ ਵਾਲਾ
ਕੌਣ ਸਾਧਨ ਕੌਣ, ਕਿਹੜਾ ਸਾਧਨ? ਪ੍ਰਮਾਣ, ਪ੍ਰਮਾਣ ਹੀ ਗਿਆ ਹੈ। ਗੁਰੂ ਜੀ ਦੱਸੋ, ਜਾਂ ਵੀ ਕੌਣ ਪ੍ਰਮਾਣ, ਕਿਹੜੇ ਪ੍ਰਮਾਣ ਦੁਆਰਾ ਨਿਰਮਲ ਗਿਆਨ ਭਾਵ ਤਤ ਗਿਆਨ ਉਹਦਾ ਉਦੋਤ ਕੋ ਕਹੀਏ ਪ੍ਰਗਟ ਹੋਣਾ ਹੈ। ਦੱਸੋ। ਉਹ ਪੁੰਜ ਖੱਟ ਪ੍ਰਮਾਣ ਆ, ਜਿਹੜੇ ਵਿਚਾਰ ਸਾਗਰ 'ਚ ਵੀ ਆਉਂਦੇ ਆ। ਮਹਾਂਪੁਰਸ਼ਾਂ ਨੇ ਜਾਪਜੀ ਸਾਹਿਬ ਦੀ ਕਥਾ ਵਿੱਚ ਵੀ ਦੱਸਿਆ, ਸੰਤ ਗਿਆਨੀ ਗੁਰਭਜਨ ਸਿੰਘ ਖਾਲਸਾ ਜੀ ਨੇ। ਤੇ ਹੋਰ ਜਿਹੜੇ ਖੱਟ ਪ੍ਰਮਾਣ ਬਿਰਤੀ ਪ੍ਰਭਾਕਰ ਜੀ ਆਉਂਦੇ ਆ, ਵਿਚਾਰ ਸਾਗਰ 'ਚ ਵੀ ਆ ਜਾਂਦੇ ਆ। ਪ੍ਰਤੱਖ ਉਹ ਪ੍ਰਮਾਣ ਕਿਹੜੇ ਆ? ਉਹ 6 ਪ੍ਰਮਾਣ ਆ। ਖੱਟ ਪ੍ਰਮਾਣ ਕਿਹਾ ਜਾਂਦਾ ਜਿਨ੍ਹਾਂ ਨੂੰ। ਇੱਕ ਤੇ ਪ੍ਰਤੱਖ ਪ੍ਰਮਾਣ, ਦੂਜਾ ਅਨੁਮਾਨ ਪ੍ਰਮਾਣ, ਤੀਜਾ ਉਪਮਾਨ ਪ੍ਰਮਾਣ, ਚੌਥਾ ਸ਼ਬਦ ਪ੍ਰਮਾਣ, ਪੰਜਵਾਂ ਜਿਹੜਾ ਅਰਥਾਪਤੀ ਪ੍ਰਮਾਣ, ਛੇਵਾਂ ਅਨ ਉਪਲਬਧੀ ਜਾਂ ਅਤੇਜਕ ਪ੍ਰਮਾਣ। ਇਹ 6 ਪ੍ਰਮਾਣ ਆ। ਉਹਨਾਂ ਦਾ ਖੁਲਾਸਾ ਐਵੇਂ ਕੀਤਾ ਜਾਂਦਾ। ਪ੍ਰਤੱਖ ਪ੍ਰਮਾਣ ਉਹ ਹੁੰਦਾ, ਪਹਿਲਾ ਪ੍ਰਮਾਣ ਪ੍ਰਤੱਖ ਪ੍ਰਮਾਣ, ਜੋ ਅੰਤःਕਰਨ ਦੇ ਮਿਲਾਪ ਕਰਕੇ ਨੇਤਰਾਂ ਦੁਆਰਾ ਬਿਰਤੀ ਬਾਹਰ ਨਿਕਲ ਕੇ ਕਿਸੇ ਵਸਤੂ ਦਾ ਗਿਆਨ ਕਰਵਾਉਂਦੀ ਆ। ਇਹ ਪ੍ਰਤੱਖ ਗਿਆਨ ਹੈ, ਪ੍ਰਤੱਖ ਪ੍ਰਮਾਣ ਹੈ। ਜਿਹੜੇ 4 ਵਾਕੀਏ ਉਹ ਵਿਚਾਰ ਸਾਗਰ 'ਚ ਲਿਖਿਆ, 4 ਵਾਕੀ ਇੱਕ ਪੰਥ ਆ। ਇਸ ਪ੍ਰਤੱਖ ਪ੍ਰਮਾਣ ਨੂੰ ਉਹ ਮੰਨਦੇ। ਅੰਤःਕਰਨ ਕਹੀਏ ਜਿਹੜਾ ਮਨ ਆ ਨਾ, ਇਹ ਮਨ ਦੀ ਜਿਹੜੀ ਬਿਰਤੀ ਆ ਹਿਰਦੇ 'ਚ ਉੱਠ ਕੇ ਨੇਤਰਾਂ ਦੁਆਰਾ ਉੱਠ ਕੇ ਹਿਰਦੇ 'ਚੋਂ ਅੰਤःਕਰਨ 'ਚੋਂ ਬਿਰਤੀ ਨਿਕਲਦੀ ਆ ਅੱਖਾਂ ਰਾਹੀਂ ਬਾਹਰ। ਜਿਹੜੀ ਸਾਹਮਣੇ ਕੋਈ ਚੀਜ਼ ਪਈ ਆ, ਜਿਵੇਂ ਕਿਤਾਬ ਹੀ ਪਈ ਆ, ਇਹ ਹੁਣ ਮਨ ਦੀ ਬਿਰਤੀ ਨਿਕਲੀ ਅੱਖਾਂ ਰਾਹੀਂ, ਤੇ ਅੱਖਾਂ ਦੇ ਨਾਲ ਕਿਤਾਬ ਦਾ ਗਿਆਨ ਕਰਾਇਆ। ਉਹ ਬਿਰਤੀ ਸ਼ੇਰਨ ਮਾਤਰ ਦੇ ਵਿੱਚ ਹੀ ਵਾਪਸ ਜਾਂਦੀ ਹੈ ਅੰਦਰ। ਬਸ ਨੇਤਰਾਂ ਨੇ ਦੇਖਿਆ, ਬੁੱਧੀ ਨੇ ਕੀਤਾ ਨਿਰਣਾ ਵੀ ਹਾਂ ਇਹ ਕਿਤਾਬ ਹੈ, ਇਹ ਗ੍ਰੰਥ ਹੈ, ਤੇ ਉਹ ਬੁੱਧੀ ਨੇ ਨਿਰਣਾ ਕਰਤਾ, ਜਿਸ ਕਰਕੇ ਨਿਸ਼ਚਾ ਹੋ ਗਿਆ। ਬੁੱਧੀ ਦਾ ਕੰਮ ਨਿਰਣਾ ਕਰਨਾ ਵੀ ਇਹ ਕਿਤਾਬ ਆ ਕਿ ਇਹ ਡੱਬਾ ਆ। ਜੋ ਬੁੱਧੀ ਨੇ ਕਹਿ ਦਿੱਤਾ ਵੀ ਇਹ ਡੱਬਾ ਜਾਂ ਗ੍ਰੰਥ ਆ ਜਾਂ ਕਿਤਾਬ ਆ, ਉਹ ਨਿਰਣਾ ਹੋ ਜਾਂਦਾ। ਤੇ ਮਨ ਦਾ ਕੰਮ ਇਹਨੇ ਆ ਬਿਰਤੀਆਂ ਛੱਡਣੀਆਂ, ਉਹ ਰਸਨਾ ਰਾਹੀਂ ਕਿ ਮਿੱਠਾ ਆ ਕਿ ਕੌੜਾ ਆ, ਇਹ ਨਿਰਣਾ ਬੁੱਧੀ ਨੇ ਕਰਨਾ। ਪਰ ਜਿਹੜਾ ਰਸ ਜਿਹਾ ਆਉਣਾ ਮਨ ਦਾ ਕੰਮ ਆ। ਕੰਨਾਂ ਰਾਹੀਂ ਬਿਰਤੀ ਨਿਕਲਣੀ ਆ, ਕੰਨ ਰਾਹੀਂ ਬਿਰਤੀ ਨਿਕਲੀ, ਸ਼ਬਦ ਗ੍ਰਹਿਣ ਕੀਤਾ, ਉਹਦਾ ਨਿਰਣਾ ਕਰਨਾ। ਇਹ ਕਦਾ ਸ਼ਬਦ ਆ, ਇਹ ਕਿਹਦੀ ਕਥਾ ਆ। ਇਸ ਤਰ੍ਹਾਂ ਬੁੱਧੀ ਦਾ ਕੰਮ ਨਿਰਣਾ ਕਰਨਾ। ਮਨ ਨੇ ਬਸ ਬਿਰਤੀਆਂ ਛੱਡਣੀਆਂ। ਮਨ ਦੀਆਂ 5 ਬਿਰਤੀਆਂ ਦੱਸੀਆਂ। ਸੋ ਰੋ ਵਿਚਾਰ ਇੱਥੇ ਪ੍ਰਤੱਖ ਪ੍ਰਮਾਣ ਭਾਵ ਅੰਤःਕਰਨ ਦੇ ਮਿਲਾਪ ਕਰਕੇ, ਭਾਵ ਅੰਤःਕਰਨ ਤੋਂ ਜਿਹੜੀ ਉੱਠ ਕੇ ਬਿਰਤੀ ਨੇਤਰਾਂ ਦੁਆਰਾ ਬਾਹਰ ਨਿਕਲਦੀ ਆ। ਸਾਹਮਣੇ ਪਈ ਵਸਤੂ ਕੋਈ ਵੀ ਚੀਜ਼ ਆ, ਜਿਵੇਂ ਬੈੱਡ ਹੈ ਪਿਆ ਹੋਇਆ, ਕੋਈ ਮਾਨੋ ਚੀਜ਼, ਅੱਗੋਂ ਪੁਰਸ਼ ਆ ਰਿਹਾ, ਵੀ ਫਲਾਣਾ ਸਿੰਘ ਆ ਰਿਹਾ, ਤੇ ਬਸ ਉਹ ਜਿਹੜੀ ਨੇਤਰਾਂ ਦਾ ਕੰਮ ਇੰਨਾ ਦੇਖਣਾ। ਨੇਤਰ ਦੱਸ ਨਹੀਂ ਸਕਦੇ ਵੀ ਕੌਣ ਹੈ, ਨੇਤਰਾਂ ਨੇ ਦੇਖਣਾ, ਬੁੱਧੀ ਨੇ ਨਿਰਣਾ ਕਰਨਾ। ਫਿਰ ਰਸ ਜਿਹੜਾ ਉਹ ਨਿਰਣੇ ਨਹੀਂ ਦੱਸਣਾ ਵੀ ਉਹ ਕੌਣ ਹੈ। ਪ੍ਰਤੱਖ ਪ੍ਰਮਾਣ ਜਿਹੜਾ ਵਸਤੂ ਦਾ ਗਿਆਨ ਕਰਵਾਉਂਦੀ ਨਾ, ਨੇਤਰਾਂ ਦੀ ਬਿਰਤੀ, ਮਨ ਦੀ ਬਿਰਤੀ ਨੇਤਰਾਂ ਦੁਆਰਾ ਨਿਕਲ ਕੇ, ਇਹ ਹੈ ਪ੍ਰਤੱਖ ਗਿਆਨ। ਜਿਹੜੀ ਜਾਗਰਤ ਅਵਸਥਾ ਵਿੱਚ ਆਪਾਂ ਦੇਖ ਰਹੇ ਹਾਂ। ਅਨੁਮਾਨ ਪ੍ਰਮਾਣ ਜਿਹੜੇ ਕਣਾਦ ਮੱਤ ਵਾਲੇ ਆ, ਸ਼ਾਸਤਰ ਜਿਹਨਾਂ ਲਿਖਿਆ, ਉਹ ਅਨੁਮਾਨ ਪ੍ਰਮਾਣ ਨੂੰ ਮੰਨਦੇ ਆ। ਅਨੁਮਾਨ ਲਗਾ ਕੇ ਦੇਖਣਾ ਕਿਸੇ ਚੀਜ਼ ਨੂੰ, ਜਿਵੇਂ ਜਤਰ ਧੂੰਆਂ ਤਤਰ ਅਗਨ। ਅਨੁਮਾਨ ਕੀ, ਜਿੱਧਰ ਵੇਖਿਆ ਧੂੰਆਂ ਇਹ ਤਤਰ ਉੱਧਰ ਹੀ ਅਗਨੀ ਹੈ, ਵੀ ਅੱਗ ਹੀ ਆ ਉੱਧਰ। ਜਿੱਥੇ ਧੂੰਆਂ ਨਿਕਲ ਲਿਆ ਅੱਗ ਹੀ ਹੋਊ, ਉੱਥੇ ਤਾਂ ਹੀ ਧੂੰਆਂ ਆਉਣ ਡਿਆ। ਹੁਣ ਧੂੰਆਂ ਤੇ ਪਾਣੀ 'ਚ ਵੀ ਨਿਕਲਦਾ,
ਇਸ ਤਰ੍ਹਾਂ ਅਨੁਮਾਨ ਪ੍ਰਮਾਣ ਨੂੰ ਮੰਨਦੇ ਆ। ਧੂਏ ਤੋਂ ਅਗਨੀ ਦਾ ਅਨੁਮਾਨ ਲਾਇਆ ਜਾਂਦਾ ਕਿ ਜਿੱਥੇ ਧੂਆਂ ਨਿਕਲ ਰਿਹਾ ਉੱਥੇ ਹੀ ਅਗਨੀ ਹੋਵੇ। ਇਹ ਇਹਨਾਂ ਦਾ ਅਨੁਮਾਨ ਹੈ, ਪਰ ਇਹ ਅਨੁਮਾਨ ਪੂਰਾ ਪ੍ਰਮਾਣਿਕ ਨਹੀਂ ਆ, ਕਿਉਂਕਿ ਮਣੀਕਰਨ ਸਾਹਿਬ ਵੇਖੋ ਪਾਣੀ 'ਚੋਂ ਹੀ ਉਹ ਧੂਆਂ ਨਿਕਲ ਰਿਹਾ, ਦੂਰੋਂ ਵੇਖਾਂਗੇ ਧੂਆਂ ਨਿਕਲਦਾ ਵੀ ਅੱਗ ਹੋਊ, ਅੱਗ ਤਾਂ ਨਹੀਂ ਨਾ ਹੈਗੀ ਉੱਥੇ। ਇਹ ਅਨੁਮਾਨ ਪ੍ਰਮਾਣ ਨੂੰ ਕਣਾਦ ਮਤ ਵਾਲੇ ਮੰਨਦੇ ਸ਼ਾਸਤਰ ਵਾਲੇ। ਉਪਮਾਨ ਪ੍ਰਮਾਣ ਇਹ ਨਿਆਈ ਸ਼ਾਸਤਰ ਵਾਲੇ ਜਿਹੜੇ ਗੌਤਮ ਜੀ ਆ ਉਹ ਮੰਨਦੇ ਉਪਮਾਨ ਪ੍ਰਮਾਣ ਨੂੰ। ਉਹ ਕਿਸੇ ਹੋਰ ਚੀਜ਼ ਦੀ ਉਪਮਾ ਕਿਸੇ ਨੂੰ ਦੇ ਕੇ ਸਮਝਾਉਣ ਨੂੰ ਉਪਮਾਨ ਪ੍ਰਮਾਣ ਕਹਿੰਦੇ। ਕਿ ਹੋਰ ਚੀਜ਼ ਦੀ ਕਿ ਆਖੀ ਨਾ ਉਹ ਫਲਾਣੇ ਵਾਲੀ ਵੇਖ ਨਾ ਉਹ ਕਿੰਨਾ ਕੰਮ ਕਰਦਾ, ਐਵੇਂ ਕਿਸੇ ਦੀ ਉਪਮਾ ਦੇ ਕੇ ਜਿਹੜਾ ਕਿਸੇ ਨੂੰ ਸਮਝਾਉਣਾ ਨਾ ਉਪਮਾਨ ਪ੍ਰਮਾਣ ਕਹਿੰਦੇ। ਜਿਵੇਂ ਕਿਸੇ ਨੇ ਜਿਹੜਾ ਗਾਵਿਆ, ਜਿਹਨੂੰ ਰੋਜ਼ ਇੱਕ ਜਾਨਵਰ ਆ ਨਹੀਂ ਦੇਖਿਆ, ਕਿਸੇ ਦੇ ਦੱਸਣ ਤੋਂ ਪਤਾ ਚੱਲਿਆ ਕਿ ਉਹਦਾ ਗਾਂ ਵਰਗਾ ਰੂਪ ਹੁੰਦਾ, ਗਾਵਾ ਉਹ ਰੋਜ਼ ਹੁੰਦਾ, ਗਾਂ ਵਰਗਾ ਹੁੰਦਾ, ਤੇ ਗਾਂ ਦੇ ਗਲ ਵਿੱਚ ਝੁੱਲ ਜਿਹਾ ਹੁੰਦਾ ਹੈ ਪਰ ਗਵੇ ਦੇ ਗਲ ਵਿੱਚ ਨਹੀਂ ਹੁੰਦਾ। ਇਸ ਪ੍ਰਕਾਰ ਸਮਝਾਉਣ ਦੇ ਤਰੀਕੇ ਨੂੰ ਉਪਮਾਨ ਪ੍ਰਮਾਣ ਕਹਿੰਦੇ ਆ। ਵੀ ਰੋਜ਼ ਕਿਹਨੂੰ ਕਿਹਾ ਜਾਂਦਾ ਦੇਖਿਆ ਨਹੀਂ, ਤਾਂ ਅਗਲਾ ਕਹਿ ਦਿੰਦਾ ਵੀ ਉਹ ਗਾਂ ਵਰਗਾ ਹੀ ਹੁੰਦਾ। ਠੀਕ ਆ। ਉਹ ਕਿਸੇ ਨੇ ਗਾਵ ਰੋਜ਼ ਨਹੀਂ ਦੇਖਿਆ, ਤੇ ਕਿਸੇ ਦੇ ਦੱਸਣ ਤੋਂ ਪਤਾ ਚੱਲਿਆ ਕਿ ਉਹਦਾ ਗਾਂ ਵਰਗਾ ਰੂਪ ਹੁੰਦਾ। ਦੱਸਿਆ ਕਿਸੇ ਨੇ ਵੀ ਗਾਂ ਵਰਗਾ ਰੂਪ ਹੁੰਦਾ ਉਹਦਾ, ਗਾਂ ਦੇ ਹੁਣ ਗਲ ਝੁੱਲ ਜਿਹਾ ਹੁੰਦਾ, ਠਾਣ ਲਮਕੀ ਹੁੰਦੀ ਨਾ ਉਹਦੀ ਮਾਸ ਦੀ ਬੋਟੀ ਜੀ, ਪਰ ਉਹ ਗਾਵੇ ਦੇ ਨਹੀਂ ਹੁੰਦਾ। ਉਂਝ ਉਪਮਾ ਦੇਣ ਵਾਸਤੇ ਕਿਹਾ ਵੀ ਉਹ ਗਾਵਿਆ ਉਹ ਵੀ ਕਿੱਦਾਂ ਦਾ, ਵੀ ਉਹ ਗਾਂ ਵਰਗਾ ਹੀ ਹੁੰਦਾ। ਇਹ ਉਪਮਾਨ ਪ੍ਰਮਾਣ ਉਪਮਾ ਦੇਣੀ। ਸਿੱਧਾ ਸੌਖਾ ਸਮਝਣਾ ਹੋਵੇ ਤਾਂ ਇਹ ਤਰੀਕਾ ਵੀ ਇਹ ਵੀ ਸੌਖਾ ਤਰੀਕਾ ਵੀ ਆਖਿਆ ਵੀ ਉਹ ਕਿਸੇ ਕਹਿੰਦਾ ਹੁੰਦਾ ਵੀ ਗਾਂ ਵਰਗਾ ਹੁੰਦਾ। ਕਿਸੇ ਚੀਜ਼ ਦੀ ਉਪਮਾ ਕਿਸੇ ਨੂੰ ਦੇ ਕੇ ਸਮਝਾਉਣਾ ਜਿਹੜਾ ਇਹਨੂੰ ਉਪਮਾਨ ਪ੍ਰਮਾਣ ਕਹਿੰਦੇ। ਸ਼ਬਦ ਪ੍ਰਮਾਣ ਹੁੰਦਾ ਚੌਥਾ। ਇਹ ਸਾਂਖ ਮਤ ਵਾਲੇ ਜਿਹੜੇ ਕਪਲ ਜੀ ਹੈ ਨਾ ਰਿਸ਼ੀ, ਸ਼ਬਦ ਪ੍ਰਮਾਣ ਨੂੰ ਮੰਨਦੇ। ਯਥਾਰਥ ਭਗਤੇ ਦੇ ਕਥਨ ਕਰਨ ਦੁਆਰਾ ਸਮਝ ਲੈਣਾ। ਯਥਾਰਥ ਹੁੰਦਾ ਭਗਤੇ ਨੇ ਜੋ ਕਥਨ ਕੀਤਾ ਉਹਦੇ ਕਥਨ ਦੇ ਕਰਨ ਦੇ ਨਾਲ ਹੀ ਸਮਝ ਲੈਣਾ ਵੀ ਐਵੇਂ ਹੀ ਹੈ, ਐਵੇਂ ਗੱਲ ਹੋ ਗਈ ਹੋਣੀ। ਜਿਵੇਂ ਪ੍ਰਦੇਸ਼ ਵਿੱਚ ਕਿਸੇ ਦਾ ਪਿਤਾ ਗਿਆ ਸੀ ਤੇ ਉੱਥੇ ਮਰ ਗਿਆ। ਉੱਥੇ ਯਥਾਰਥ ਭਗਤੇ ਨੇ ਆ ਕੇ ਕਿਹਾ ਤੇਰਾ ਪਿਤਾ ਮਰ ਗਿਆ। ਇਹ ਯਥਾਰਥ ਭਗਤੇ ਦੇ ਸ਼ਬਦ ਸੁਣ ਕੇ ਨਿਸ਼ਚਾ ਹੋ ਜਾਣਾ ਇਹ ਸ਼ਬਦ ਪ੍ਰਮਾਣ ਹੈ। ਠੀਕ ਹੈ। ਯਥਾਰਥ ਹੁੰਦਾ ਸੱਚਾ ਭਗਤੇ ਦੇ ਕਥਨ ਦੁਆਰਾ ਸਮਝ ਲੈਣਾ। ਜਿਹਨੇ ਪਾਸ ਸਭ ਕੁਝ ਦੇਖਿਆ ਕਿ ਜਿਵੇਂ ਇਹ ਕਿਸੇ ਦਾ ਲੜਕਾ ਧੀ ਪੁੱਤ ਬਾਹਰ ਗਿਆ ਤੇ ਉੱਥੇ ਹੀ ਉਹ ਬੰਦਾ ਰਹਿੰਦਾ ਤੇ ਇਹ ਗੱਲ ਭਾਣਾ ਵਰਤ ਗਿਆ ਤੇ ਉਹਨੇ ਆ ਕੇ ਦੱਸਿਆ ਵੀ ਤੁਹਾਡਾ ਵੀ ਏਦਾਂ ਪਰਿਵਾਰ ਦਾ ਜੀ ਚੜ੍ਹਾਈ ਕਰ ਗਿਆ। ਉਹਨੂੰ ਸੁਣ ਕੇ ਜਿਹੜਾ ਨਿਸ਼ਚਾ ਕਰ ਲੈਣਾ ਇਹਨੂੰ ਸ਼ਬਦ ਪ੍ਰਮਾਣ ਕਹਿੰਦੇ। ਭਾਵ ਜੋ ਕਿਸੇ ਨੇ ਕਹਿ ਦਿੱਤਾ ਤੇ ਮੰਨ ਜਾਣਾ, ਨਿਸ਼ਚਾ ਹੋ ਜਾਣਾ, ਸ਼ਬਦ ਪ੍ਰਮਾਣ। ਭਾਵ ਸ਼ਬਦ ਦੇ ਰਾਹੀਂ ਪ੍ਰਮਾਣਿਕ ਹੋ ਗਿਆ। ਸ਼ਬਦ ਕਿਹਾ ਤੇ ਯਥਾਰਥ ਮੰਨ ਲਿਆ। ਵੇਖਿਆ ਤਾਂ ਨਹੀਂ ਨਾ ਕਿ ਚੜ੍ਹਾਈ ਕੀਤਾ ਤਾਂ ਨਹੀਂ ਕੀਤਾ, ਬਸ ਕਹਿ ਦਿੱਤਾ ਤੇ ਉਹਨੂੰ ਮੰਨ ਲਿਆ, ਨਿਸ਼ਚਾ ਹੋ ਜਾਣਾ, ਸ਼ਬਦ ਪ੍ਰਮਾਣ। ਪੰਜਵਾਂ ਅਰਥਾਪਤੀ ਪ੍ਰਮਾਣ, ਜੋ ਵਿਦਾਂਤ ਦਾ ਹੀ ਪੂਰਵ ਮੀਮਾਂਸਾ, ਭਾਵ ਮੀਮਾਂਸਾ ਦਾ ਜਿਹੜਾ ਪਹਿਲਾ ਇੱਕ ਦੇਸੀ ਭੱਟ ਦਾ ਸ਼ੇਸ਼ਕ ਆ ਪ੍ਰਭਾਕਰ।
ਇਸ ਪੰਜਵੇਂ ਅਰਥਾਪਤੀ ਪ੍ਰਮਾਣ ਨੂੰ ਮੰਨਦਾ। ਮੀਮਾਂਸਾ ਦਾ ਜਿਹੜਾ ਪੂਰਬ ਆ ਨਾ, ਪੂਰਬ ਭਾਵ ਪੂਰਬ ਹੁੰਦਾ ਇੱਕ ਹੁੰਦਾ ਪੂਰਬਾਰਧ, ਇੱਕ ਹੁੰਦਾ ਉੱਤਰਾਰਧ। ਪੂਰਬਾਰਧ ਹੁੰਦਾ ਪਹਿਲਾ। ਮੀਮਾਂਸਾ ਦੇ ਪਹਿਲੇ ਭਾਗ ਦੇ ਵਿੱਚ ਉਹਦਾ ਮੰਨਣ ਵਾਲਾ ਇੱਕ ਦੇਸੀ ਭੱਟ ਨਾਮੇ ਦੇਸੀ ਭੱਟ ਆ, ਭਾਵ ਜਿਹੜਾ ਪੂਰਬ ਮੀਮਾਂਸਾ ਦਾ ਜਾਣਕਾਰ, ਉਹਦਾ ਸ਼ਿਸ਼ ਹੈਗਾ ਪ੍ਰਭਾਕਰ ਚੇਲਾ। ਦੇਸੀ ਭੱਟ ਦਾ ਸ਼ਿਸ਼ ਪ੍ਰਭਾਕਰ ਚੇਲਾ ਜਿਹੜਾ ਉਹਦਾ ਨਾਂ ਆ ਸ਼ੇਸ਼ ਦਾ ਪ੍ਰਭਾਕਰ। ਇਸ ਪੰਜਵੇਂ ਅਰਥਾਪਤੀ ਪ੍ਰਮਾਣ ਨੂੰ ਮੰਨਦਾ। ਅਰਥਾਪਤੀ ਪ੍ਰਮਾਣ ਕੀ ਹੁੰਦਾ? ਜਿਵੇਂ ਕੋਈ ਪੁਰਸ਼ ਦਿਨੇ ਦਾ ਕੁਝ ਖਾਂਦਾ ਨਹੀਂ, ਪਰੰਤੂ ਉਸਦਾ ਸਰੀਰ ਬਹੁਤ ਸਥੂਲ ਕਹੀਏ ਮੋਟਾ ਹੈ, ਉਹ ਸਥੂਲ ਸਰੀਰ ਤੋਂ ਅਰਥ ਕਰਕੇ ਸਮਝ ਲੈਂਦੇ ਆ, ਉਹਦੇ ਪ੍ਰਮਾਣ ਕਰਕੇ ਸਮਝ ਲੈਂਦੇ ਕਿ ਰਾਤ ਨੂੰ ਜ਼ਰੂਰ ਭੋਜਨ ਖਾਂਦਾ ਹੋਊਗਾ। ਕਿ ਸਵੇਰੇ ਕੁਝ ਨਹੀਂ ਖਾਂਦਾ ਪਰ ਸਰੀਰ ਬੜਾ ਮੋਟਾ, ਇਸ ਕਰਕੇ ਸਰੀਰ ਮੋਟੇ ਤੋਂ ਹੀ ਸਮਝ ਲੈਂਦੇ ਆ ਵੀ ਰਾਤ ਨੂੰ ਜ਼ਰੂਰ ਖਾਂਦਾ ਹੋਵੇਗਾ। ਉਵੇਂ ਦਾ ਭੋਜਨ ਖਾਣ ਤੋਂ ਬਿਨਾਂ ਇਤਨਾ ਮੋਟਾ ਸਰੀਰ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਅਰਥ ਜਾ ਕਰਕੇ ਸਮਝਣਾ, ਗੁੱਜਾ ਭੇਦ ਜਾ ਸਮਝਣਾ, ਇਹ ਲੁਕਵੀਂ ਖੁਰਾਕ ਜ਼ਰੂਰ ਖਾਂਦਾ ਹੋਊਗਾ। ਇਸ ਨੂੰ ਅਰਥਾਪਤੀ ਪ੍ਰਮਾਣ ਕਹਿੰਦੇ। ਭਾਵ ਉਹਦੇ ਸਰੀਰ ਦੇ ਜਿਹੜੇ ਅੰਗਾਂ ਤੋਂ ਮੋਟੇਪਣ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਇਹ ਸਵੇਰੇ ਤਾਂ ਨਹੀਂ ਖਾਂਦਾ ਪਰ ਰਾਤ ਜ਼ਰੂਰ ਖਾਂਦਾ, ਉਹਦਾ ਮੋਟਾ ਨਹੀਂ ਹੋ ਸਕਦਾ। ਇਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ ਹਨ। ਜਿਵੇਂ ਕੋਈ ਬੰਦਾ ਆ ਕੇ ਬਹਿ ਤੇ ਜੀ ਖਾਂਦਾ ਹੀ ਕੱਖ ਨਹੀਂ, ਸਰੀਰ ਦਾ ਬੜਾ ਤਗੜਾ ਹੋਵੇ, ਕਹਿਣਾ ਵੀ ਖਾਣ ਤੋਂ ਬਿਨਾਂ ਤੇ ਮੋਟਾ ਨਹੀਂ ਨਾ ਹੋ ਸਕਦਾ, ਹੱਡ ਨਿਕਲ ਆਉਣੇ। ਇਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ ਆ। ਤੇ ਇਹ ਸ਼ੇਸ਼ ਪ੍ਰਭਾਕਰ ਜਿਹੜਾ ਦੇਸੀ ਭੱਟ ਦਾ ਪੂਰਬ ਮੀਮਾਂਸਾ ਦੇ ਇੱਕ ਦੇਸੀ ਭੱਟ ਆ, ਇੱਕ ਦੇਸੀ ਭੱਟ ਭਾਵ ਇੱਕ ਪੱਖ ਨੂੰ ਮੰਨਣ ਵਾਲਾ, ਜਿਹੜਾ ਪੂਰਬ ਮੀਮਾਂਸਾ ਦੇ ਜਿਹੜਾ ਇੱਕ ਪੱਖ ਨੂੰ ਮੰਨਣ ਵਾਲਾ ਨਾ, ਉਹਦਾ ਸ਼ੇਸ਼ ਆ ਪ੍ਰਭਾਕਰ, ਉਹ ਅਰਥਾਪਤੀ ਪ੍ਰਮਾਣ ਨੂੰ ਮੰਨਦਾ। ਛੇਵਾਂ ਅਨ ਉਪਲਬਧੀ ਜਾਂ ਅਤੇਜਕ ਪ੍ਰਮਾਣ। ਪੂਰਬ ਮੀਮਾਂਸਾ ਜਿਹੜਾ ਨਾ ਉਹਦੇ ਇੱਕ ਜਿਹੜਾ ਪੂਰਬ ਮੀਮਾਂਸਾ ਦੇ ਇੱਕ ਦੇਸੀ ਭੱਟ ਭਾਵੇਂ ਇੱਕ ਤਰਫ ਨੂੰ ਮੰਨਣ ਵਾਲਾ ਨਾ, ਉਹਦਾ ਚੇਲਾ ਸੀ ਨਾ। ਇਹ ਹੁਣ ਪੂਰਬ ਮੀਮਾਂਸਾ ਪੂਰਨ। ਪੂਰਬ ਮੀਮਾਂਸਾ ਦਾ ਜਿਹੜਾ ਹੈ ਪੂਰਬ ਮੀਮਾਂਸਾ, ਉਹ ਛੇਵਾਂ ਜਿਹੜਾ ਅਨੁਪਲਬਧੀ ਪ੍ਰਮਾਣ ਆ, ਇਹਨੂੰ ਮੰਨਦਾ ਪੂਰਬ ਮੀਮਾਂਸਾ ਵਾਲਾ। ਤੇ ਅਪ੍ਰਤੀਤੀ ਨੂੰ ਅਨੁਪਲਬਧੀ ਕਹਿੰਦੇ ਆ। ਪ੍ਰਤੀਤੀ ਤੋਂ ਰਹਿਤ ਨੂੰ, ਜਾਂ ਵੀ ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਜਿਸ ਕਥਨ ਦੇ ਜਿਹੜਾ ਕੋਈ ਕਥਨ ਕੋਈ ਗੱਲ ਲਿਖੀ ਆ ਨਾ, ਉਹਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਅਨੁਸਾਰ ਗੱਲ ਚੱਲੀ ਆਉਂਦੀ ਸੀਨਾ ਬਸੀਨਾ। ਇਹਨੂੰ ਅਤੇਜਕ ਐਤਿਹ ਪ੍ਰਮਾਣ ਇਹ ਕਿਹਾ ਜਾਂਦਾ। ਇਹ ਅਤੇਜਕ ਐਤਿਹ ਪ੍ਰਮਾਣ ਹੈ, ਇਹਨੂੰ ਕਿਹਾ ਜਾਂਦਾ। ਉਹ ਗਰਭਗੰਜਨੀ ਸਟੀਕ 'ਚ ਲਿਖਿਆ ਪਰੰਪਰਾ ਕਹਿ ਨਾਵਤ ਜੋਈ, ਤੇ ਐਤਿਹ ਕਹਿਤ ਸਭ ਕੋਈ। ਉਹ ਕੀ ਵੀ ਜਿਵੇਂ ਕਿਸੇ ਵੇਦ ਜਾਂ ਸ਼ਾਸਤਰ ਵਿੱਚ ਗੱਲ ਨਹੀਂ ਲਿਖੀ ਹੁੰਦੀ ਕਿ ਫਲਾਣੀ ਥਾਂ ਪ੍ਰੇਤ ਰਹਿੰਦਾ ਹੈ, ਵੇਦ ਸ਼ਾਸਤਰ 'ਚ ਨਹੀਂ ਲਿਖਿਆ, ਧਰਮ ਗ੍ਰੰਥਾਂ 'ਚ ਨਹੀਂ ਕਿਤੇ ਮਾਨੋ ਉਹ ਕਿਤੇ ਲਿਖਿਆ। ਇੱਕ ਦੂਜੇ ਤੋਂ ਸੁਣ ਕੇ ਸਾਰੇ ਕਹੀ ਜਾਂਦੇ ਹਨ ਕਿ ਫਲਾਣੀ ਥਾਂ ਪ੍ਰੇਤ ਭੂਤ ਰਹਿੰਦਾ। ਇਹ ਪਰੰਪਰਾ ਹੀ ਚੱਲਦੀ ਆਉਂਦੀ। ਦਾਰੀ ਪਾਇਆ ਹਵੇਲੀ ਵੀ ਪੱਕੀ ਹਵੇਲੀ ਆ। ਇਸ ਦਾ ਨਾਮ ਅਨੁਪਲਬਧੀ ਜਾਂ ਅਤੇਜਕ ਪ੍ਰਮਾਣ ਹੈ। ਸਮਝਾਈ ਨਾ? ਇਹਨਾਂ ਸਾਰੇ 6 ਪ੍ਰਮਾਣਾਂ ਦੇ ਨਾਲ ਪਰਮਾਤਮਾ ਦੇ ਸੰਬੰਧ ਵਿੱਚ ਸਿੱਧੀ ਹੁੰਦੀ ਹੈ। ਇੱਥੇ ਤਾਂ ਮੈਂ 6 ਪ੍ਰਮਾਣਾਂ ਦੇ ਕਥਨ ਕੀਤਾ। ਪੂਰਬ ਮੀਮਾਂਸਾ ਛੇਵਾਂ ਅਨੁਪਲਬਧੀ ਪ੍ਰਮਾਣ ਮੰਨਦਾ, ਭਾਵ ਜਿਹੜਾ ਪ੍ਰਤੀਤੀ ਦੇਖਿਆ ਦੁਖਿਆ ਤਾਂ ਕੋਈ ਨਹੀਂ ਆ, ਪ੍ਰਤੀਤੀ ਤੋਂ ਰਹਿਤ ਭਾਵ ਭਰੋਸੇ ਤੋਂ ਰਹਿਤ ਹੀ ਜਿਹੜਾ ਹੈ ਨਾ ਕੋਈ ਚੀਜ਼, ਉਹਨੂੰ ਅਨੁਪਲਬਧੀ ਕਹਿੰਦੇ। ਉਪਲਬਧ ਹੁੰਦਾ ਪ੍ਰਾਪਤ ਹੋਣਾ, ਅਨ ਹੁੰਦਾ ਨਾ ਹੋਣਾ। ਜੋ
ਪ੍ਰਾਪਤੀ ਤੋਂ ਰਹਿਤ ਆ, ਉਹਨੂੰ ਅਨੁਪਲਬਧੀ ਪ੍ਰਮਾਣ ਕਹਿੰਦੇ ਆ। ਤੇ ਕਥਨ ਜਿਹੜੀ ਕੋਈ ਕਥਨ ਗੱਲ ਆ, ਜਿਵੇਂ ਹੁਣ ਉਹ ਗੱਲ ਕਈ ਸਾਖੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸੀਨਾ ਬਸੀਨਾ ਚੱਲਦੀਆਂ ਹੁੰਦੀਆਂ, ਉਹ ਗ੍ਰੰਥਾਂ 'ਚ ਲਿਖੀਆਂ ਨਹੀਂ ਮਿਲਦੀਆਂ। ਜਿਵੇਂ ਹੁਣ ਆਪਣੇ ਨਗਰ ਹੀ ਇੱਥੇ ਮੱਲੂ ਨੰਗਲ ਆ, ਇਹ ਹੁਣ ਨਾ ਦੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦਾ ਇਹ ਕੋਈ ਪਾਠ ਹੈਗਾ ਹਿੱਸਾ, ਤੇ ਕਿਸੇ ਵੀ ਗ੍ਰੰਥ 'ਚ ਨਹੀਂ ਮਿਲਦਾ, ਪਰ ਬਜ਼ੁਰਗਾਂ ਤੋਂ ਹੀ ਸੁਣਿਆ ਜਾਂਦਾ। ਤੇ ਗੁਰਦੁਆਰਾ ਸਾਹਿਬ ਵੇਖੋ ਸੁਭਾਏਮਾਨ ਹੈ। ਸੀਨਾ ਬਸੀਨਾ ਮਹਾਂਪੁਰਸ਼ਾਂ ਤੋਂ, ਵੱਡਿਆਂ ਵਡੇਰਿਆਂ ਤੋਂ ਗੱਲ ਚੱਲਦੀ ਆਉਂਦੀ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਥੇ ਜਿਹੜਾ ਪਠਾਣਾ ਨੇ ਜਲ ਨਹੀਂ ਸੀ ਸਕਣ ਦਿੱਤਾ। ਠੀਕ ਹੈ ਨਾ, ਵੀ ਇਹ ਕਥਨ ਜਿਹੜਾ ਕੀਤਾ, ਇਹ ਕਥਨ ਜਿਹੜਾ ਹੋ ਰਿਹਾ ਪਰੰਪਰਾ ਤੋਂ ਚੱਲਦਾ ਆ ਰਿਹਾ, ਤੇ ਇਹੀ ਐਤਿਹਾਸਿਕ ਪ੍ਰਮਾਣ ਹੈ ਕਿ ਜੋ ਸੀਨਾ ਬਸੀਨਾ ਚੱਲੀ ਜਾਵੇ, ਗੱਲ ਚੱਲੀ ਆਉਂਦੀ। ਜਿਵੇਂ ਉਹਨੇ ਪ੍ਰਮਾਣ ਦਿੱਤਾ ਵੀ ਕਿਤੇ ਲਿਖਿਆ ਵੀ ਨਹੀਂ ਹੈਗਾ ਜਾਂ ਵੇਖਿਆ ਵੀ ਨਹੀਂ ਹੈਗਾ, ਪਰ ਉਹ ਇੱਕ ਗੱਲ ਚੱਲੀ ਆਉਂਦੀ, ਫਲਾਣੀ ਭਾਈ ਆੜੀ ਵੇਲੀ ਆ, ਇੱਥੇ ਤੇ ਜਾੜ ਪਈ, ਤੇ ਭੂਤ ਪ੍ਰੇਤ ਰਹਿੰਦਾ, ਬੜੀਆਂ ਚੀਜ਼ਾਂ ਰਹਿੰਦੀਆਂ। ਤੇ ਉਹ ਉਦਾਂ ਹੀ ਚੱਲਦਾ ਉਹਨਾਂ ਦੂਜੇ ਤੋਂ ਸੁਣ ਕੇ ਜਿਹੜੇ ਫਿਰ ਉਹ ਚੜ੍ਹਾਈ ਕਰ ਜਾਂਦੇ ਗਾ, ਉਹ ਜਿੰਨਾ ਸੁਣਿਆ ਹੁੰਦਾ ਉਹ ਗੱਲ ਕਹਿੰਦੇ ਰਹਿੰਦੇ ਵੀ ਆਹ ਥਾਂ ਤੇ ਪੱਕੀ ਇੱਥੇ ਪ੍ਰੇਤ ਰਹਿੰਦਾ। ਜਿਹੜੀ ਐਵੇਂ ਪਰੰਪਰਾ ਚੱਲਦੀ ਆਉਂਦੀ, ਇਹਦਾ ਨਾਮ ਹੀ ਅਨੁਪਲਬਧੀ ਪ੍ਰਮਾਣ ਆ। ਹਾਂਜੀ, ਠੀਕ ਹੈ, ਸਮਝ ਆਈ ਨਾ। ਇਸ ਪ੍ਰਕਾਰ ਸਿੱਖ ਇੱਥੇ ਕਹਿ ਰਿਹਾ, ਭਗਵਾਨ ਮੈਂ ਜਾਣਿਓ ਭਲੇ। ਇਹ ਭਗਵਾਨ ਗਿਆਨ ਦੀਆਂ ਜਿਹੜੀਆਂ 7 ਭੂਮਿਕਾ ਨੂੰ ਭਲੇ ਮੈਂ ਭਲੀ ਪ੍ਰਕਾਰ ਚੰਗੀ ਤਰ੍ਹਾਂ ਜਾਣ ਲਿਆ ਹੈ। ਜੋ ਸਬਤ ਭੂਮਿਕਾ ਗਿਆਨ, 7 ਗਿਆਨ ਦੀਆਂ ਭੂਮਿਕਾ ਮੰਜ਼ਲਾਂ ਪੌੜੀਆਂ। ਨਿਰਮਲ ਗਿਆਨ ਉਦੋਤ ਕੋ, ਹੁਣ ਕਿਰਪਾ ਕਰਕੇ ਦੱਸੋ ਜਿਹੜਾ ਨਿਰਮਲ ਗਿਆਨ ਉਜਲ ਗਿਆਨ ਆ, ਜਿਹੜਾ ਉਜਲ ਗਿਆਨ ਦੇ ਉਦੋਤ ਪ੍ਰਗਟ ਕਰਨ ਵਾਲਾ ਅਥਵਾ ਉਜਲ ਸਰੂਪ ਆਤਮ ਸਰੂਪ ਦੇ ਗਿਆਨ ਨੂੰ ਪ੍ਰਗਟ ਕਰਨ ਵਾਲਾ ਸਾਧਨ ਕੌਣ ਪ੍ਰਮਾਣ? ਕੌਣ ਦਾ ਅਰਥ ਕਿਹੜਾ ਸਾਧਨ ਪ੍ਰਮਾਣ ਨਹੀਂ ਗਿਆ, ਉਹ ਦੱਸੋ ਕਿਹੜਾ ਮੈਂ ਸਾਧਨ ਕਰਾਂ ਜਿਹਦੇ ਕਰਕੇ ਨਿਰਮਲ ਗਿਆਨ ਕਹੀਏ, ਤਤ ਗਿਆਨ ਜਿਹੜਾ ਮੇਰੇ ਉਦੋਤ ਕਹੀਏ ਪ੍ਰਗਟ ਹੋ ਜਾਏ, ਬ੍ਰਹਮ ਦੀ ਪ੍ਰਾਪਤੀ ਵਾਲਾ, ਆਤਮਾ ਪਰਮਾਤਮਾ ਇੱਕੋ ਕਰੇ ਵਾਲਾ ਗਿਆਨ ਪ੍ਰਗਟ ਹੋ ਜਾਏ। ਐਸਾ ਕਿਹੜਾ ਸਾਧਨ ਪ੍ਰਮਾਣ ਹੀ ਗਿਆ? ਜਾਂ ਜਿਹੜੇ ਵੀ ਖਟ ਪ੍ਰਮਾਣ, ਪ੍ਰਤੱਖ ਪ੍ਰਮਾਣ ਆਦਿ ਜਿਹੜੇ ਹੁਣੇ ਆਪਾਂ ਪੜ੍ਹੇ ਆ, ਇਹਨਾਂ ਵਿੱਚੋਂ ਕੌਣ ਪ੍ਰਮਾਣ, ਕਿਹੜੇ ਪ੍ਰਮਾਣ ਦੁਆਰਾ ਤਤ ਗਿਆਨ ਦਾ ਕਥਨ ਕੀਤਾ ਸਿੱਧੀ ਹੋ ਸਕੇ, ਤਤ ਗਿਆਨ ਦੀ ਪ੍ਰਾਪਤੀ ਹੋ ਸਕੇ। ਹਾਂਜੀ, ਦੋਹਰਾ ਭਗਵਨ ਤਿਮਰ ਨਾਸੇ ਨਹੀਂ। ਭਗਵਾਨ ਹੈ ਗੁਰੂ ਜੀ, ਜਿਵੇਂ ਕਹਿ ਦੀਪਕ ਕੀ ਬਾਤ, ਅਰਥ ਵਾਸਤੇ ਹੈ ਭਗਵਾਨ ਜਿਵੇਂ ਕੇਵਲ ਦੀਵੇ ਦੀ ਦੀਪਕ ਕੀ ਬਾਤ, ਦੀਪਕ ਕਹੀਏ ਦੀਵਾ, ਦੀਵੇ ਦੀਆਂ ਬਾਤ ਕਹੀਏ ਗੱਲਾਂ, ਕਹੀਏ ਕਹਿਣ ਮਾਤਰ ਨਾਲ ਤਿਮਰ ਨਾਸੇ ਨਹੀਂ। ਜਿਹੜਾ ਤਿਮਰ ਹਨੇਰਾ ਘੁੱਪ ਨਾਸੇ ਨਹੀਂ, ਉਹ ਨਸਦਾ ਨਹੀਂ ਆ, ਦੂਰ ਨਹੀਂ ਹੁੰਦਾ, ਕਿੰਨਾ ਚਿਰ ਜਿੰਨਾ ਚਿਰ ਦੀਵਾ ਨਾ ਜਗਾਇਆ ਜਾਏ। ਜਿਵੇਂ ਮਨੁੱਖ ਕੋਈ ਹਨੇਰੇ 'ਚ ਖੜੋਤਾ ਹੋਵੇ ਤੇ ਉਹ ਦੀਪਕ ਦੀ ਬਾਤ, ਦੀਵੇ ਦੀਆਂ ਬਾਤ ਗੱਲਾਂ ਕਹੀ ਜਾਏ, ਦੀਵਾ 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 ਦੀਵਾ। ਤੇ ਗੁਰੂ ਜੀ ਤਿਮਰ ਨਾਸੇ ਨਹੀਂ, ਹਨੇਰਾ ਦੂਰ ਨਹੀਂ ਹੁੰਦਾ। ਅਬ ਦੀਵਾ ਦੀਵਾ ਕਹਿਣਾ ਨਾਲ ਦੂਰ ਨਹੀਂ ਹਨੇਰਾ ਹੁੰਦਾ, ਸਗੋਂ ਦੀਵਾ ਜਗਾਉਣ ਦੇ ਨਾਲ ਹਨੇਰਾ ਦੂਰ ਹੁੰਦਾ। ਪੂਰਨ ਗਿਆਨ ਅਦੋਤ ਬਿਨ ਦੇ ਨੰਨੇ ਨੂੰ ਕੜਲਾ ਲੈਣਾ। ਇਵੇਂ ਹੀ ਪੂਰਨ ਗਿਆਨ ਬ੍ਰਹਮ ਗਿਆਨ ਤੇ
ਅਦੋਤ ਕਹੀਏ ਪ੍ਰਗਟ ਹੋਏ ਤੋਂ ਬਿਨਾ। ਹਿਰਦੈ ਭ੍ਰਮ ਨਹਿ ਜਾਤ, ਜਿਹੜਾ ਹਿਰਦੇ ਵਿੱਚ ਭਰਮ ਆ, ਇਹ ਗੁਰੂ ਜੀ ਉਹ ਨਹੀਂ ਜਾਂਦਾ, ਦੂਰ ਨਹੀਂ ਹੁੰਦਾ। ਪੂਰਨ ਗਿਆਨ ਬ੍ਰਹਮ, ਜਿਹੜਾ ਪੂਰਨ ਬ੍ਰਹਮ ਗਿਆਨ ਹੈ, ਪੂਰਨ ਗਿਆਨ ਕੀ ਆ, ਆਪਣੇ ਸਰੂਪ ਦਾ ਜਿਹੜਾ ਗਿਆਨ ਹੈ, ਉਸ ਪਰਮਾਤਮਾ ਦੇ ਸੰਬੰਧ ਵਿੱਚ ਜਿਹੜਾ ਗਿਆਨ ਹੈ, ਜਿਹੜੇ ਸ਼ੁੱਧ ਗਿਆਨ ਆ, ਅਦੋਤ ਬਿਨ, ਇਹ ਪ੍ਰਗਟ ਬਿਨ ਕਹੀਏ ਬਗੈਰ, ਇਹਦੇ ਪ੍ਰਗਟ ਹੋਏ ਤੋਂ ਬਗੈਰ। ਕੇਵਲ ਗਿਆਨ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਨਾ, ਗਿਆਨ ਦੀਆਂ ਗੱਲਾਂ ਕਰਨ ਨਾਲ ਵੀ ਇਹ ਗੁਰੂ ਜੀ ਜਾਂ ਭੂਮਿਕਾ ਜਿਹੜੀਆਂ ਦਸੀਆਂ 7, ਉਹਦੀ ਗਿਣਤੀ ਕਰਨ ਨਾਲ ਹਿਰਦੇ ਵਿੱਚ ਭਰਮ ਨਹੀਂ ਦੂਰ ਹੋ ਜਾਂਦਾ। ਉਹ ਗਿਆਨ ਥੋੜੀ ਹੋ ਸਕਦਾ। ਹੁਣ ਗ੍ਰੰਥਾਂ ਪੜ੍ਹਦੇ ਆ, ਉਹ ਦੱਸਿਆ ਜਾਏ ਵੀ ਇੱਦਾਂ ਕਰੋ ਤੇ ਕਿਤੇ ਸਾਡਾ ਥੋੜੀ ਗਿਆਨ ਦੂਰ ਹੋ ਚੱਲਿਆ, ਅਗਿਆਨ ਦੂਰ ਥੋੜੀ ਹੋ ਚੱਲਿਆ, ਤੇ ਗਿਆਨ ਤੇ ਸਾਨੂੰ ਹੋ ਨਹੀਂ ਚੱਲਿਆ। ਦੱਸਿਆ ਹੈ ਜਿੰਨਾ ਚਿਰ ਹਿਰਦੇ 'ਚ ਕਮਾਈ ਨਹੀਂ, ਇਹਦੀ ਕੋਈ ਅਸਰ ਨਹੀਂ ਹੋਣਾ। ਆਤਮਾ ਵਿੱਚ ਜਿਹੜੀ ਅਨਾਤਮਾ ਦੀ ਪ੍ਰਤੀਤੀ ਹੁੰਦੀ ਹੈ ਨਾ, ਕਿ ਆਤਮਾ ਵਿੱਚ ਮੇਰਾ ਸਰੀਰ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਇਹ ਹੁਣ ਮਨ ਦੇ ਧਰਮ ਆ। ਦੁੱਖ ਸੁੱਖ ਪੁਰਾਣਾ ਧਨ, ਭੁੱਖ ਤੇ ਮੈਨੂੰ ਭੁੱਖ ਲੱਗੀ ਹੈ, ਮੈਂ ਭੁੱਖਾ ਹਾਂ। ਆਤਮਾ ਥੋੜੀ ਭੁੱਖੀ ਹੁੰਦੀ। ਇਹ ਆਤਮਾ ਵਿੱਚ ਅਨਾਤਮਾ ਦੀ ਪ੍ਰਤੀਤੀ ਹੋਣ ਦੀ। ਇਹ ਜਿਹੜਾ ਭਰਮ ਪੂਰਨ ਗਿਆਨ ਨਾਲ ਹੀ ਨਿਰਤ ਹੁੰਦਾ, ਜਦੋਂ ਆਤਮਾ ਦਾ ਗਿਆਨ ਹੋ ਜੇ। ਇਸ ਲਈ ਸਤਿਗੁਰੂ ਜੀ ਤੁਸੀਂ ਨਾ ਗਿਆਨ ਦੇ ਸਾਧਨ ਉਹ ਕਥਨ ਕਰੋ, ਕਹਿਣ ਨਾਲ ਕੁਝ ਨਹੀਂ ਹੋਣਾ ਹੈ, ਕਿਉਂਕਿ ਮੇਰੇ ਅੰਦਰ ਕੋਈ ਵੀ ਗਿਆਨ ਵਾਲੀ ਗੱਲ ਦੇ ਹੈ ਨਹੀਂ ਹੈ। ਸ੍ਰੀ ਗੁਰੂ ਵਾਚ। ਸ੍ਰੀ ਸੁਭਾਏਵਾਨ ਗੁਰੂ ਜੀ, ਸਿੱਖ ਦੀ ਐਸੀ ਬੇਨਤੀ ਸੁਣ ਕੇ ਪ੍ਰੇਮ ਭਰੀ ਅੱਗੋਂ ਗੁਰੂ ਜੀ ਨੇ ਆਵਾਜ਼ ਕਹੀਏ, ਗਿਆਨ ਦੇ ਜਿਹੜੇ ਸਾਧਨ ਉਹ ਆਵਾਜ਼ ਕਹੀਏ ਕਥਨ ਫਿਰ ਕੀਤੇ। ਦੱਸਿਆ ਸਿੱਖ ਦੋਹਰਾ ਪ੍ਰਥਮੈ ਜਗਤ ਅਸਕਤ ਤਾਜ, ਤਾਜ ਦੇ ਜੱਜੀ ਨੂੰ ਸਿਹਾਰੀ ਆ। ਇਹ ਸਿੱਖ ਜੇਕਰ ਤੂੰ ਨਿਰਮਲ ਗਿਆਨ, ਸ਼ੁੱਧ ਗਿਆਨ ਪ੍ਰਾਪਤ ਕਰਨਾ ਚਾਹੁੰਦਾ, ਪੂਰਨ ਗਿਆਨ ਪ੍ਰਗਟ ਕਰਨਾ ਚਾਹੁੰਦਾ ਇਹਦੇ ਵਿੱਚ, ਤਾਂ ਕੀ ਕਰ, ਪਹਿਲਾਂ ਪ੍ਰਥਮ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਜਗਤ ਸੰਸਾਰ ਦਾ ਅਸਕਤ ਕਹੀਏ ਮੋਹ ਆ ਨਾ, ਇਹ ਤਾਜਗੀਏ ਛੱਡਣਾ ਕਰ। ਠੀਕ ਆ, ਇਹ ਕੰਮ ਕਰ। ਜਾਂ ਵੀ ਜਿਹੜਾ ਜਗਤ ਵਿੱਚ ਤੂੰ ਅਸਕਤ ਕਹੀਏ ਫਸਿਆ, ਇੱਕ ਦੇ ਅਸਕਤ ਦਾ ਅਰਥ ਮੋਹ ਆ ਤੇ ਦੂਜਾ ਅਰਥ ਫਸਿਆ। ਇਹਦੇ ਵਿੱਚੋਂ ਲੈ ਲੈਣਾ ਅਰਥ ਵੀ ਜਿਹੜਾ ਤੂੰ ਮੋਹ ਦੇ ਵਿੱਚ ਫਸਿਆ ਨਾ ਸੰਸਾਰ ਦੇ, ਉਹ ਛੱਡ। ਜਾਂ ਅਸਕਤ ਦਾ ਅਰਥ ਹੁੰਦਾ ਖਚਤ ਵੀ ਹੁੰਦਾ। ਪਹਿਲਾਂ ਜਿਹੜਾ ਤੂੰ ਸੰਸਾਰ ਦੇ ਮੋਹ ਦੇ ਵਿੱਚ ਅਸਕਤ ਕਹੀਏ ਖਚਤ ਆ ਨਾ, ਇਹਦੇ ਵਿੱਚ ਫਸਿਆ, ਇਹ ਛੱਡ। ਠੀਕ ਆ, ਇਹ ਪਹਿਲਾਂ ਛੱਡ ਦੇ। ਉਹ ਕਿਹੜੇ ਕਿਹੜੇ ਮੋਹ ਆ ਜਿੱਥੇ ਤੂੰ ਫਸਿਆ, ਜਿੱਥੇ ਤੂੰ ਖਚਤ ਆ, ਦੱਸਦੇ ਆ। ਦਾਰਾ ਸੋਤ ਗ੍ਰਹਿ ਵੇਤ, ਦਾਰਾ ਕਹੀਏ ਇਸਤਰੀ, ਸੋਤ ਕਹੀਏ ਪੁੱਤਰ, ਗ੍ਰਹਿ ਕਹੀਏ ਘਰ, ਵੇਤ ਕਹੀਏ ਧਨ ਪਦਾਰਥਾਤ। ਇਹ ਜਿਹੜਾ ਮੋਹ ਆ, ਇਹ ਤੂੰ ਮੋਹ ਵੀ ਛੱਡ ਦੇਣਾ ਕਰ। ਇਹ ਕੋਈ ਕਾਕੋ ਮਾਈ ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਹ। ਇਹਦੇ ਇਸ ਤਰ੍ਹਾਂ ਕੋਈ ਜਾਣ ਕਵਨ ਕਿ ਇਹ ਜਗ ਮੀਤ, ਜਿਸ ਕਿਰਪਾਲ ਹੋਏ ਸੋਈ ਬੇਦ ਬੂਝੇ, ਤਾਂ ਕੀ ਨਿਰਮਲ ਰੀਤ। ਉਹਨਾਂ ਦੀ ਨਿਰਮਲ ਰੀਤੀ ਹੈ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲੂ ਹੋ ਜਾਂਦੇ, ਉਹ ਬੁੱਝ ਜਾਂਦੇ। ਤੂੰ ਵੀ ਥੋੜਾ ਬੁੱਝ। ਦਾਰਾ ਇਸਤਰੀ, ਸੁਤ ਪੁੱਤਰ, ਗ੍ਰਹਿ ਘਰ, ਭੇਤ, ਜਿਹੜਾ ਧਨ ਪਦਾਰਥ ਹੈ, ਇਹਦਾ ਮੋਹ ਛੱਡ, ਇਹਦਾ ਸਖਤ ਪੁਣਾ ਛੱਡ, ਫਸਣਾ ਛੱਡ, ਖਚਤ ਪੁਣਾ ਛੱਡ। ਹਾਂਜੀ। ਵੇਖਵਤ ਵਿਖੈ ਵਿਸਾਰ ਜਗ, ਵਿਸਾਰ ਦੇ ਰਾਰੇ ਨੂੰ ਸਿਹਾਰੀ ਪਾ ਲੈਣੀ। ਫਿਰ ਕਹਿੰਦੇ ਆ, ਇਹ ਸਿੱਖ ਇਸ ਜਗ
ਸੰਸਾਰ ਦੇ ਵਿਖੇ ਗਈਏ ਵਿੱਚ ਜਿਹੜੇ ਵਿਖੇ ਕਹੀਏ ਵਿਸ਼ੇ ਆ, ਠੀਕ ਆ, ਵੇਖਵਤ ਇਸ ਜਗ ਸੰਸਾਰ ਵਿੱਚ ਜਿਹੜੇ ਵਿਖੇ ਵਿਸ਼ੇ ਆ ਨਾ, ਉਹਨਾਂ ਨੂੰ ਵੇਖ ਕਹੀਏ ਜ਼ਹਿਰ, ਵਤ ਕਹੀਏ ਵਾਂਗ, ਜ਼ਹਿਰ ਵਾਂਗ ਦੁੱਖ ਰੂਪ ਜਾਣ ਕੇ ਵਿਸਾਰ ਭੁਲਾਉਣਾ, ਵਿਸਾਰ ਭੁਲਾ ਦੇ, ਤਿਆਗ ਦੇ, ਤਿਆਗ ਦੇਣਾ ਕਰ। ਰਾਗ ਦਵੈਖ ਅਤਿਤ ਪਾਠ ਦਾ ਕਈ ਕਰਾ ਦਿੰਦੇ ਤਾਂ ਅਤਿਤ ਵੀ ਪਾਠ ਬਣ ਜਾਂਦਾ। ਅਤੀਤ ਪੁਣਾ, ਅਤੀਤ ਹੁੰਦਾ ਤਿਆਗ ਪੁਣਾ, ਅਤਿਤ ਪੋਲਾ ਵੀ ਪਾਠ ਸ਼ੁੱਧ ਹੈ। ਕਈ ਅਦਕ ਲੱਗਦੀ ਅਤਿਤ ਚਾਲ ਮੁਤਾਬਕ, ਪਰ ਅਤਿਤ ਪਾਠ ਵੀ ਅਤੀਤ ਪੁਣਾ, ਅਤੀਤ ਆਪਾਂ ਪੋਲਾ ਹੀ ਪੜ੍ਹਦੇ ਹਾਂ। ਫਿਰ ਕੀ ਕਰ, ਜਿਹੜਾ ਰਾਗ ਆ, ਰਾਗ ਕੀ ਹੁੰਦਾ, ਬਿਨਾਂ ਕਾਰਨ, ਨਾ ਕੋਈ ਗੱਲ ਨਾ ਬਾਤ, ਕਿਸੇ ਨਾਲ ਪ੍ਰੇਮ, ਐਵੇਂ ਪਾ ਕੇ ਬਹਿ ਜਾਣਾ। ਦਵੈਖ ਹੁੰਦਾ ਬਿਨਾਂ ਕਾਰਨ ਕਿਸੇ ਨਾਲ ਦਵੈਸ, ਆ ਕਈਆਂ ਨੂੰ ਆਦਤ ਹੀ ਹੁੰਦੀ ਹੈ ਨਾ, ਕੋਈ ਕਿਸੇ ਮਹੱਲੇ 'ਚ ਰਹਿੰਦਾ, ਕੋਈ ਕਿਸੇ 'ਚ, ਪਰ ਉਹਨਾਂ ਈਰਖਾ ਕਰੀ ਜਾਣ, ਐਵੇਂ ਨਫ਼ਰਤ ਈਰਖਾ ਕਰੀ ਜਾਣੀ। ਇਹ ਜਿਹੜਾ ਬਿਨਾਂ ਕਾਰਨ ਕਿਸੇ ਨਾਲ ਪ੍ਰੇਮ, ਝਾਟੀ ਪਾ ਕੇ ਬਹਿ ਜਾਣਾ, ਬਿਨਾਂ ਕਾਰਨ ਕਿਸੇ ਦੇ ਨਾਲ ਦਵੈਸ਼ ਭਾਵ ਨਫ਼ਰਤ ਈਰਖਾ ਕਰਨੀ ਆ, ਇਹ ਅਤਿਤ ਕਹੀਏ ਤਿਆਗਣਾ ਕਰ। ਇਹ ਤੋਂ ਅਤੀਤ ਕਹੀਏ ਨਿਰਲੇਪ ਰਹਿਣਾ ਕਰ, ਅਤਿਤ ਨਿਰਲੇਪ ਰਹਿਣਾ ਕਰ, ਇਹ ਤੋਂ ਪਰੇ ਰਹਿਣਾ ਕਰ। ਤੇ ਅਤਿਤ ਕਹੀਏ ਇਹਨੂੰ ਤਿਆਗਣਾ ਕਰ। ਅਤਿਤ ਦਾ ਅਰਥ ਤਿਆਗਣਾ, ਤਿਆਗਣਾ ਕਰ ਮੋਹ ਨੂੰ ਵੀ, ਝੂਠੇ ਪ੍ਰੇਮ ਨੂੰ, ਤੇ ਦਵੈਖ ਕਹੀਏ ਨਫ਼ਰਤ ਈਰਖਾ ਨੂੰ। ਕਈ ਸਮਝਦੇ ਨਹੀਂ ਨਾ, ਜਦੋਂ ਕਹੀਦਾ ਵੀ ਪਰਮੇਸ਼ਰ ਅਦਵੈਤ ਸਰੂਪ ਹੈ, ਉਹ ਦਵੈਤ ਨਾਮ ਦਵੈਸ਼ ਦਾ ਹੀ ਹੁੰਦਾ, ਦੂਜੇ ਭਾਅ ਦਾ ਹੀ, ਉਹ ਨਫ਼ਰਤ ਈਰਖਾ। ਇੱਧਰੋਂ ਭਾਈ ਦੂਰ ਹੋਣਾ ਕਰ, ਕਿਉਂਕਿ ਮਾਲਕ ਈਰਖਾ ਤੋਂ ਦਵੈਸ਼ ਤੋਂ ਦੂਰ ਆ। ਇੱਕੋ ਇੱਕ ਸਰੂਪ ਮਾਲਕ ਪਰਮਾਤਮਾ ਹੀ ਹੈ, ਅਦਵੈਤ ਸਰੂਪ, ਦੂਜਾ ਉਹਦੇ ਵਰਗਾ ਕੋਈ ਨਹੀਂ ਹੈਗਾ। ਹਾਂਜੀ, ਇੱਥੇ ਜਿਹੜੇ ਤਿੰਨ ਇਸ ਵਿਸ਼ਰਾਮ ਚੌਥੇ ਦੇ ਦੋਰੇ ਹੋ ਚੁੱਕੇ ਆ, ਥੋੜਾ ਵਿਸਥਾਰ ਸੀ, ਜਿਸ ਕਰਕੇ ਆਪਣਾ ਟਾਈਮ ਪੂਰਾ ਹੋ ਹੀ ਗਿਆ। ਹੁਣ ਆਪਾਂ ਇੱਥੇ ਸਮਾਪਤੀ ਜਿਹੜੀ ਕਰਦੇ ਹਾਂ। ਵਿਖਵਤ ਵਿਖੇ ਵਿਸਾਰ ਜਗ ਹੈ ਸਿੱਖ, ਸੰਸਾਰ ਵਿੱਚ ਜਿਹੜੇ ਵਿਖੇ ਵਿਸ਼ੇ ਆ, ਤਰ੍ਹਾਂ ਤਰ੍ਹਾਂ ਦੇ ਸਰੀਰ ਦੇ ਭੋਗਾਂ ਦੇ, ਇੰਦਰੀਆਂ ਕਰਕੇ, ਨੇਤਰਾਂ ਕਰਕੇ, ਅੱਖਾਂ ਕਰਕੇ, ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਆ ਨਾ, ਪੰਜਾਂ ਦਾ ਰੌਲਾ। ਤੇ ਇਹ ਪੰਜਾਂ ਵਿਸ਼ਿਆਂ ਨੂੰ ਵਿਖਵਤ ਅਥਵਾ ਸਮੂਹ ਵਿਸ਼ਿਆਂ ਨੂੰ ਵਿਖ ਕਹੀਏ ਜ਼ਹਿਰ ਦੀ ਨਿਆਈ ਜਾਣ। ਜਿਵੇਂ ਜ਼ਹਿਰ ਖਾਦਿਆਂ ਮੌਤ ਹੋ ਜਾਂਦੀ ਆ, ਉਹ ਕੌੜਾ ਵੀ ਹੁੰਦਾ, ਇਸੇ ਤਰ੍ਹਾਂ ਹੀ ਤੂੰ ਸਮਝ। ਤੇ ਇਸ ਤਰ੍ਹਾਂ ਸਮਝ ਕੇ ਵੀ ਜਿਵੇਂ ਜ਼ਹਿਰ ਦੁੱਖ ਰੂਪ ਆ, ਮੌਤ ਕਰਦੀ ਆ, ਕੌੜੀ ਹੁੰਦੀ ਆ, ਸਰੀਰ ਦਾ ਬਚਾਅ ਨਹੀਂ, ਦੁੱਖ ਰੂਪ ਜਾਣ ਕੇ ਵਿਸਾਰ ਭੁਲਾਉਣਾ ਕਰ। ਰਾਗ ਬਿਨਾਂ ਕਾਰਨ ਕਿਸੇ ਨਾਲ ਪ੍ਰੇਮ, ਆਪ ਸਰੀਰਾਂ ਦੇ ਜਿਹੜੇ ਪ੍ਰੇਮ ਆ, ਤੇ ਦਵੈਖ ਆਪਣੀ ਉੱਚਤਾਈ ਕਰਨੀ, ਜਾਂ ਬਿਨਾਂ ਕਾਰਨ ਕੋਈ ਕਿਤੇ ਦਾ ਤੂੰ ਕਿਤੇ ਦਾ, ਜਿਹੜੀ ਈਰਖਾ ਨਫ਼ਰਤ ਚ ਕਰੀ ਆ ਨਾ, ਇਹ ਅਤਿਤ, ਇਹਦਾ ਸੁਭਾਅ ਨੂੰ ਵੀ ਅਤਿਤ ਕਹੀਏ ਤਿਆਗਣਾ ਕਰ। ਅਤਿਤ ਕਹੀਏ ਇੱਥੋਂ ਅਤੀਤ ਰਹਿ, ਨਿਰਲੇਪ ਰਹਿ। ਤਾਂ ਇਹ ਗੁਰੂ ਜੀ ਹੁਣ ਸ਼ੁਭ ਸਾਧਨ ਗਿਆਨ ਪ੍ਰਗਟ ਹੋਣ ਦੇ ਸਿੱਖ ਨੂੰ ਦੱਸ ਰਹੇ ਆ, ਨਾਲ ਨਾਲ ਸਾਨੂੰ ਵੀ ਦੱਸ ਰਹੇ। ਹੁਣ ਆਪਾਂ ਇੱਥੇ ਜਿਹੜੀ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ। ਪ੍ਰਥਮੇ ਜਗਤ ਅਸਕਤ ਤਜ ਦਾਰਾ ਸੁਤ ਗ੍ਰਹਿ ਬੇਤ, ਵਿਖਵਤ ਵਿਖੈ ਵਿਸਾਰ ਜਗ, ਰਾਗ ਦਵੈਖ ਅਤਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।